वाहिगुरु साहिब जी, जिसके सिर ऊपर तू स्वामी, सो दुख कैसा पावे। बोल ना जाने माया मद माता, मरना चीत न आवे। मेरे राम राय तू संतां का संत तेरे, तेरे सेवक को भोग किछ नाही। जम नहीं आवे मेरे, गगन दमामा बाजेओ। परयो निशाने कहाओ, खेत जो मांडेओ सूरमा। अब जूझन को दाओ, सूरा सो पहचानिए। जो लड़े दीन कै हेत, पुरजा पुरजा कट मरै। कबहू ना छाड़े खेत, पुरजा पुरजा कट मरै। कबहू ना छाड़े खेत। वाहिगुरु जी का खालसा, वाहिगुरु जी की फतेह। परम सन्मानियो, जुगो जुगो अटल साहिब सतगुरु धन धन गुरु ग्रंथ साहिब जी महाराज, तिन्हां दी पावन पवित्र हजूरी अंदर जुड़ बैठे गुरु सवारे सत्संगी जनों, आप जी भागां वाले हो, जो साहिबा ने अपनी रहमत बख्शिश कृपा करके गुरबाणी दे हर जस राही जीवन दियां घड़ियां सफल करन दा सुभाग समा बख्शे है। आप जी गुरु घर दे कीर्तनिया पासों आशा की वार दे मनोहर कीर्तन श्रवण कर रहे से। उपरंत जिस विषय ते अज दा समागम विशेष दीवान रखा गया, मोर्चा गुरु का बाग, जो इन्हां दिनां दे विच लगभग दुनिया के हर एक थां ते ये दिहाड़े मनाए जा रहे हैं। और ये गुरु का बाग जो गुरुद्वारा साहिब है, अजनाले तहसील दे कूके वाली पिंड है, जो अमृतसर तो तकरीबन 15 किलोमीटर दूर है। और ये समागम 6, 7 ते 8 तरीक को लगातार 3 दिन उत्थे बनाया जा रहा। और क्योंकि ये जो मोर्चा लगा सी, मोर्चा गुरु का बाग 1922 में लगा तो 2022 नूं हुण इन्हूं 100 साल हो गए ने। इसलिए 100 साल शताब्दी नूं मुख रखदियां होइयां समागम किए जा रहे हैं। गुरुद्वारा गुरु का बाग जो स्थान है, एक 2 गुरु साहिबान नाल संबंधित है। पहला धन गुरु अर्जन साहिब महाराज इत्थे आए ने, और ये जिहड़ी स्थान जगह सी, ये बंजर है, किकरां दे दरख्त लगे हुए ने, कोई बसो बोती नहीं है। तो इत्थे स्थान बनाया गया तो नाम लिखा गुरु की रोड। गुरु की रोड किया गया सन। बाद में गुरु तेग बहादुर साहब जदों अमृतसर आए ने, तो पुजारियों ने दरवाजे बंद करते। गुरु साहब इत्थों बल्ले पिंडों गए, तो बल्ले तो संगत इन्हों गुरु साहिब नूं
ਆਪਣੇ ਗੁਰੂ ਘਰ ਕੂਕੇ ਬਾਰੇ ਲੈ ਗਏ, ਜਿੱਥੇ ਗੁਰੂ ਸਾਹਿਬ ਨੇ ਇਸ ਸਥਾਨ ਤੇ ਇੱਕ ਬਾਗ ਲਗਵਾਇਆ ਜਿਸ ਤੋਂ ਨਾਮ ਪੈ ਗਿਆ ਗੁਰੂ ਕਾ ਬਾਗ। ਸਾਧ ਸੰਗਤ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਜਦੋਂ ਗੁਰੂ ਸਾਹਿਬ ਕਿਤੇ ਜਾ ਕੇ ਪਿੰਡਾਂ ਵਿੱਚ ਨਗਰਾਂ ਵਿੱਚ ਜਾਣਾ ਤੇ ਉੱਥੇ ਧਰਮਸ਼ਾਲਾ ਕਾਇਮ ਕਰਦੇ ਸਨ। ਪਹਿਲਾਂ ਗੁਰਦੁਆਰੇ ਨੂੰ ਧਰਮਸ਼ਾਲਾ ਕਿਹਾ ਜਾਂਦਾ, ਜਿੱਥੇ ਬੈਠ ਕੇ ਧਰਮ ਦੀ ਗੱਲ ਕੀਤੀ ਜਾਵੇ। ਔਰ ਕਈ ਥਾਂ ਤੇ ਗੁਰੂ ਸਾਹਿਬ ਦੇ ਨਾਮ ਤੇ ਸਿੱਖਾਂ ਨੇ ਵੀ, ਸੰਗਤਾਂ ਨੇ ਵੀ ਗੁਰਸਥਾਨ ਬਣਾਏ ਨੇ। ਕੁਝ ਸਥਾਨ ਗੁਰੂ ਸਾਹਿਬ ਨੇ ਆਪ ਬਣਾਏ। ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਬਾਅਦ ਜਦੋਂ ਬੰਦਾ ਸਿੰਘ ਬਹਾਦਰ ਦਾ ਰਾਜ ਆਉਂਦਾ ਹੈ, ਕਿ ਬੰਦਾ ਸਿੰਘ ਬਹਾਦਰ ਦੇ ਰਾਜ ਤੋਂ ਬਾਅਦ ਸਿੱਖਾਂ ਦੇ ਮੁੱਲ ਪਾਏ ਜਾਂਦੇ ਨੇ ਸਿਰਾਂ ਤੇ। ਸਿੱਖ ਆਪਣੇ ਘਰ ਛੱਡ ਕੇ, ਆਪਣੇ ਗੁਰੂ ਸਥਾਨ ਛੱਡ ਕੇ ਜੰਗਲਾਂ ਨੂੰ ਚਲੇ ਗਏ। ਔਰ ਇਹਨਾਂ ਸਥਾਨਾਂ ਤੇ ਜੋ ਉਦਾਸੀ ਮਹੰਤ ਨੇ, ਉਹਨੇ ਆ ਕੇ ਪੁਜਾਰੀਆਂ ਦੇ ਸੇਵਾ ਭਾਵਨਾ ਦੇ ਨਾਲ ਸੇਵਾ ਕਰਦੇ ਸਨ। ਔਰ ਉਸ ਵੇਲੇ ਗੁਰਦੁਆਰਿਆਂ ਦੇ ਨਾਲ ਕੋਈ ਜਾਇਦਾਦਾਂ ਨਹੀਂ ਸਨ, ਇਸ ਕਰਕੇ ਉਸ ਨਗਰ ਦੀਆਂ ਜੋ ਸੰਗਤਾਂ ਨੇ, ਜੋ ਪਿੰਡ ਦੀਆਂ ਸੰਗਤਾਂ ਨੇ, ਜੋ ਤਿਲ ਫੁੱਲ ਗੁਰੂ ਘਰ ਉਹਨਾਂ ਨੇ ਚੜਾਉਣਾ, ਭੇਟਾ ਦੇਣੀ, ਉਹ ਆਏ ਗਏ ਰਾਹੀਆਂ ਦੀ, ਲੋੜਵੰਦਾਂ ਦੀ ਲੋੜਾਂ ਪੂਰਨ ਕਰਨ ਵਾਸਤੇ ਹੀ ਵਰਤਿਆ ਜਾਂਦਾ ਸੀ। ਗੁਰੂ ਘਰਾਂ ਵਿੱਚ ਇਹ ਕੋਈ ਸਿਸਟਮ ਨਹੀਂ ਸੀ ਤੇ ਵੱਖਰੇ ਕੋਈ ਜੱਥੇ ਰੱਖੇ ਜਾਣ ਜਾਂ ਰਾਗੀ ਗ੍ਰੰਥੀ ਰੱਖੇ ਜਾਂਦੇ ਸੀ। ਸੰਗਤਾਂ ਆਪੇ ਸੇਵਾ ਕਰਦੀਆਂ ਸਨ। ਜੇ ਨਗਰ ਵਿੱਚ ਗੁਰੂ ਘਰ ਬਣਾਇਆ, ਡਿਊਟੀ ਲੱਗਦੀ ਸੀ ਬਾਰੇ ਸਾਰਿਆਂ ਦੀ, ਉਹ ਸੇਵਾ ਕਰਦੇ ਸੀ। ਮਹਾਰਾਜਾ ਰਣਜੀਤ ਸਿੰਘ ਦਾ ਸਮਾਂ ਆਉਂਦਾ ਹੈ, ਮਿਸਲਾਂ ਦਾ ਸਮਾਂ ਆਇਆ ਤੇ ਇਹਨਾਂ ਨੇ ਗੁਰੂ ਘਰ ਦੇ ਨਾਲ ਜ਼ਮੀਨਾਂ ਲਗਾਈਆਂ ਨੇ, ਜਗੀਰਾਂ ਲੱਗੀਆਂ। ਹੁਣ ਇਸ ਗੁਰਦੁਆਰੇ ਦੇ ਨਾਲ ਵੀ ਤਕਰੀਬਨ 500 ਤੋਂ ਉੱਪਰ ਕਨਾਲ ਜੋ ਸੀ ਜਗ੍ਹਾ, 500 ਕਨਾਲ ਤੋਂ ਉੱਪਰ ਜ਼ਮੀਨ ਜਿਹੜੀ ਹੈ ਇਸ ਗੁਰੂ ਘਰ ਲਗਾਈ ਗਈ। ਇਸ ਦਾ ਨਨਕਾਣਾ ਸਾਹਿਬ, ਦਰਬਾਰ ਸਾਹਿਬ, ਤਰਨਤਾਰਨ, ਇਹਦਾ ਗੁਰਦੁਆਰਿਆਂ ਦੇ ਨਾਲ ਜ਼ਮੀਨਾਂ ਲਗਾਈਆਂ, ਜਗੀਰਾਂ ਲਗਾਈਆਂ ਗਈਆਂ, ਤਾਂ ਕਿ ਉੱਥੋਂ ਜੋ ਠੇਕਾ ਆਉਂਦਾ ਸੀ, ਜੋ ਫਸਲ ਆਉਂਦੀ ਸੀ, ਉਹਦੇ ਨਾਲ ਇਸ ਘਰ ਵਿੱਚ ਜੋ ਸੇਵਾ ਕਰਦੇ ਨੇ, ਜਾਂ ਕੋਈ ਲੋੜਵੰਦ ਆਉਂਦਾ, ਕੋਈ ਰਾਹਗੀਰ ਆਉਂਦਾ, ਕੋਈ ਮੁਸਾਫਰ ਹੈ, ਉਹਦੀਆਂ ਲੋੜਾਂ ਪੂਰੀਆਂ ਕੀਤੀਆਂ ਜਾਣ। ਔਰ ਆਰੰਭ ਵਿੱਚ ਬੜਾ ਵਧੀਆ ਕੰਮ ਚੱਲਦਾ ਰਿਹਾ। ਜਦੋਂ ਦਸਵੰਧ ਆਉਣਾ, ਠੇਕਾ ਪੈਸਾ ਆਉਣਾ ਤੇ ਕੋਈ ਗੁਰੂ ਘਰ ਲੋੜਵੰਦ ਆਉਂਦਾ, ਉਹਦੀ ਲੋੜ ਪੂਰੀ ਕੀਤੀ ਜਾਂਦੀ ਹੈ। ਪਰ ਆਹਿਸਤਾ ਆਹਿਸਤਾ ਕੀ ਹੋਇਆ ਕਿ ਇਹ ਗੁਰਦੁਆਰਿਆਂ ਦੇ ਅੰਦਰ ਜੋ ਮਸੰਦ ਸਨ, ਉਹ ਇਹਨਾਂ ਜਗੀਰਾਂ ਨੂੰ ਆਪਣੇ ਵਾਸਤੇ ਵਰਤਣਾ ਸ਼ੁਰੂ ਕਰਤਾ, ਆਪਣੇ ਨਿੱਜ ਸਵਾਰਥ ਵਾਸਤੇ। ਔਰ ਉਸ ਸਮੇਂ ਜੋ ਅੰਗਰੇਜ਼ ਸਰਕਾਰਾਂ ਨੇ, ਉਹ ਵੀ ਇਹ ਚਾਹੁੰਦੀਆਂ ਸਨ, ਕਿਉਂਕਿ ਉਹਨਾਂ ਨੇ ਇਤਿਹਾਸ ਪੜ੍ਹਿਆ, ਪੜ੍ਹੇ ਲਿਖੇ ਸੀ, ਉਹਨਾਂ ਨੇ ਇਤਿਹਾਸ ਪੜ੍ਹਿਆ ਵੀ ਅਸਲ ਵਿੱਚ ਇਸ ਦੇਸ਼ ਤੇ ਇਹ ਮੁਗਲ ਜਿਹੜੇ ਨੇ ਇਹ ਕਾਬਜ਼ ਕਿਉਂ ਨਹੀਂ ਹੋ ਸਕੇ। ਤੇ ਸਿਆਣੇ ਕਹਿੰਦੇ ਨੇ ਜਦੋਂ ਅੱਗੇ ਵਧਣਾ ਹੋਵੇ ਨਾ, ਕਿਤੇ ਹਾਰ ਹੋਈ ਹੋਵੇ ਤੇ ਫਿਰ ਉਹ ਪੜਚੋਲ ਕਰਦੇ ਨੇ ਇਹ ਕਿਉਂ ਹੋਇਆ ਤੇ ਕਿਵੇਂ ਹੋਇਆ। ਤੇ ਉਹਨਾਂ ਨੇ ਇੱਕ ਚੀਜ਼ ਵੇਖੀ ਵੀ ਜੋ ਸਿੱਖ ਨੇ, ਜੇ ਇਸ ਦੇਸ਼ ਅੰਦਰ ਕੋਈ ਸਾਡੇ ਰਾਹ ਵੀ ਰੁਕਾਵਟ ਪਾ ਸਕਦਾ, ਉਹ ਸਿੱਖ ਖਾਲਸਾ ਹੈ। ਔਰ ਇਹਨਾਂ ਨੂੰ ਤਾਕਤ ਕਿੱਥੋਂ ਮਿਲਦੀ ਹੈ? ਉਹ ਹੈ ਗੁਰੂ ਘਰ। ਕਿ ਗੁਰੂ ਘਰਾਂ ਵਿੱਚ ਇੱਥੇ ਉਹਨਾਂ ਨੂੰ ਉਪਦੇਸ਼ ਮਿਲਦਾ ਹੈ, ਸਾਂਝੀ ਵੱਲ ਦੀ ਗੱਲ ਹੁੰਦੀ ਹੈ। ਕੋਈ ਵੀ ਆਪਾਂ ਜਦੋਂ ਕਾਰਜ ਕਰਦੇ ਹਾਂ, ਆਪਣੇ ਗੁਰੂ ਘਰ ਤੋਂ ਸ਼ੁਰੂ ਕਰਦੇ ਹਾਂ। ਕਿਤੇ ਇਕੱਠ ਕਰਨਾ ਹੋਵੇ ਤਾਂ ਅਨਾਉਂਸਮੈਂਟ ਗੁਰਦੁਆਰਾ ਸਾਹਿਬ ਤੋਂ ਹੁੰਦੀ ਹੈ। ਇਹ ਗੁਰੂ ਘਰ ਜੁੜੇ ਹੋਏ ਨੇ, ਕਿਉਂ ਨਾ ਇਹਨਾਂ ਨੂੰ ਗੁਰੂ ਘਰ ਤੋੜਿਆ ਜਾਵੇ। ਜੇ ਗੁਰੂ ਟੁੱਟ ਗਏ ਤਾਂ ਫਿਰ ਇਹ ਸਾਡੇ ਕਬਜ਼ੇ ਜਾ ਸਕਦੇ ਨੇ, ਅਸੀਂ ਦੇਸ਼ ਤੇ ਕਾਬਜ਼ ਹੋ ਸਕਦੇ ਹਾਂ। ਤੇ ਉਹਨਾਂ ਨੇ ਕੀ ਕੀਤਾ, ਜਿਹੜੇ ਇਹਨਾਂ ਗੁਰੂ ਘਰਾਂ ਵਿੱਚ ਮਸੰਦ ਸਨ, ਪੁਜਾਰੀ ਸ਼੍ਰੇਣੀ ਸੀ, ਉਹਨਾਂ ਨੂੰ ਥਾਪਣਾ ਦੇਣੀ ਸ਼ੁਰੂ ਕਰ ਦਿੱਤੀ। ਉਹਨਾਂ ਨੇ ਹੌਸਲਾ ਅਫਜ਼ਾਈ ਕਰਨੀ। ਤੇ ਉਹ ਜਿਹੜੇ ਗੁਰੂ ਘਰ ਮਸੰਦ ਬੈਠੇ ਨੇ, ਉਹ ਇਹਨਾਂ ਅੰਗਰੇਜ਼ਾਂ ਦੀ ਚੜ੍ਹਦੀ ਕਲਾ ਦੀਆਂ ਅਰਦਾਸਾਂ ਕਰਦੇ ਸਨ ਭਈ ਇਹ ਇੱਥੇ ਪੱਕੇ ਤੋਂ ਕਾਬਜ਼ ਹੋ, ਜ਼ਰੂਰ ਅਰਦਾਸਾਂ ਕਰਦੇ ਨੇ। ਔਰ ਆਹਿਸਤਾ ਆਹਿਸਤਾ ਇਸ ਦੌਲਤ ਨਾਲ ਇੱਕ ਭਈ ਡਰ ਹੁੰਦਾ ਬੰਦੇ ਨੂੰ ਸਰਕਾਰ ਦਾ, ਕਾਨੂੰਨ ਦਾ, ਵੀ ਜੇ ਮੈਂ ਗਲਤ ਕੰਮ ਕੀਤਾ ਕਾਨੂੰਨ ਸਜ਼ਾ ਦੇਗਾ, ਜੇ ਕਾਨੂੰਨ ਹੀ ਆਪਣਾ ਹੈ ਤੇ ਸਜ਼ਾ ਕੌਣ ਦੇਗਾ। ਇਹਨਾਂ ਨੇ ਆਹਿਸਤਾ ਆਹਿਸਤਾ ਐਸ਼ੋਸ਼ ਪੈਂਦਿਆਂ ਵੀ ਵਿਚਾਰੀ ਹੋ ਗਈ, ਗਲਤ ਕੰਮਾਂ ਪੈ ਗਏ। ਜਿਵੇਂ ਨਨਕਾਣਾ ਸਾਹਿਬ ਦਾ ਸਾਕਾ ਵਾਪਰਿਆ, ਮਾਤ ਨਰੈਣੂ ਵਰਗੇ। ਇਸੇ ਤਰ੍ਹਾਂ ਤਰਨਤਾਰਨ ਜੋ ਗੁਰਦੁਆਰਾ ਸਾਹਿਬ ਦਰਬਾਰ ਸਾਹਿਬ ਆਜ਼ਾਦ ਕਰਵਾਇਆ ਗਿਆ, ਇੱਥੋਂ ਦੇ ਮਹੰਤਾਂ ਨੂੰ ਬਾਹਰ ਕੱਢਿਆ ਗਿਆ, ਗੁਰਮਤ ਲਹਿਰ ਚਲਾਈ ਗਈ, ਸਿੰਘ ਸਭਾ ਲਹਿਰ ਚਲੀ। ਪਰ ਇਹ ਸਿੰਘ ਸਭਾ ਲਹਿਰ ਵਾਲੇ ਜਾਣਦੇ ਸਨ ਕਿ ਜਦ ਤੱਕ ਗੁਰਦੁਆਰਿਆਂ ਤੇ ਸਾਡਾ ਕਬਜ਼ਾ ਨਹੀਂ ਹੁੰਦਾ,
ਅਸੀਂ ਗੁਰਮਤਿ ਦਾ ਪ੍ਰਚਾਰ ਨਹੀਂ ਕਰ ਸਕਦੇ, ਕਿਉਂਕਿ ਗੁਰਮਤਿ ਦਾ ਪ੍ਰਚਾਰ ਹੋਣਾ ਹੀ ਗੁਰੂ ਘਰਾਂ ਵਿੱਚੋਂ, ਜਿੱਥੇ ਸੰਗਤਾਂ ਇਕੱਠੀਆਂ ਹੁੰਦੀਆਂ ਨੇ। ਤੇ ਉਸ ਵੇਲੇ ਹਾਲਾਤ ਨੇ ਮਾੜੇ ਸੀ। ਦਰਬਾਰ ਸਾਹਿਬ ਦੇ ਗ੍ਰੰਥੀ ਜੋ ਤੇ ਡਿਊਟੀ ਕਰਦਾ ਸੀ, ਜਦੋਂ ਉਹ ਰਿਟਾਇਰਮੈਂਟ ਤੋਂ ਬਾਅਦ ਉਸਨੇ ਨਾ ਇੱਕ ਕਵਿਤਾ ਲਿਖੀ ਸੀ। ਉਹ ਕਵੀ ਲਿਖਦਾ ਵੀ ਇਤਨੇ ਮਾੜੇ ਹਾਲਾਤ ਦਰਬਾਰ ਸਾਹਿਬ ਦੇ ਬਣੇ ਸੀ ਕਿ ਦਰਬਾਰ ਸੇ ਜੋ ਪਰਿਕਰਮਾ ਸੇ ਵੇਖਦੇ ਆ ਨਾ, ਉਹ ਕਹਿੰਦਾ ਮੈਂ ਵੇਖਿਆ ਵੀ ਇੱਕ ਪਾਸੇ ਇੱਕ ਵਿਮਾਨ ਲਿਖਾਰੀ ਆਇਆ, ਉਹਨੇ ਸਾਰੀ ਉੱਥੇ ਦੀ ਸਰਵੇ ਕੀਤਾ, ਗੱਲ ਵੇਖੀ। ਕਹਿੰਦਾ ਇੱਕ ਪਾਸੇ ਦਰਬਾਰ ਸਾਹਿਬ ਨੁੱਕਰ ਵਿੱਚ ਗਣੇਸ਼ ਦੀ ਮੂਰਤੀ ਰੱਖੀ ਉੱਤੇ ਤਾਂ ਹਿੰਦੂ ਉਹ ਪੂਜਾ ਕਰ ਰਹੇ ਆ, ਦੂਜੇ ਪਾਸੇ ਸ਼ਿਵਲਿੰਗ ਰੱਖਿਆ ਹੋਇਆ, ਉੱਥੇ ਸ਼ਿਵਲਿੰਗ ਦੀ ਪੂਜਾ ਕੀਤੀ ਜਾ ਰਹੀ। ਬਦਮਾਸ਼ੀ ਤੌਰ 'ਤੇ ਜਿਹੜੇ ਲੜਕੀਆਂ ਲੜਕੇ ਨੇ ਆਸ਼ਕੀ ਇਸ਼ਕ ਮਜਾਜੀ ਵਾਲੇ, ਉਹ ਜਿਹੜੇ ਗੁੰਗੇ ਬਣੇ ਗੁੰਗੇ ਬੈਠੇ ਹੋਏ, ਔਰ ਮੇਲੇ ਤਰ੍ਹਾਂ ਜਿਵੇਂ ਬਾਜ਼ਾਰਾਂ ਦੇ ਵਿੱਚ ਰੇਹੜੀਆਂ 'ਤੇ ਘੁੰਮਦੇ ਨੇ ਸਮਾਨ ਲੈ ਕੇ, ਪਰਿਕਰਮਾ ਦੇ ਵਿੱਚ ਉਹ ਥਾਲ ਫੜ ਕੇ ਕੋਈ ਚਟਨੀਆਂ ਚਾਟ ਵੇਚਣ ਵਾਲੇ ਤੁਰੀ ਜਾਂਦੇ, ਕੋਈ ਸਿਰ 'ਤੇ ਚੁੰਨੇ ਨੇ, ਕੋਈ ਸਿਰ 'ਤੇ ਰੁਮਾਲ ਨੇ, ਨੰਗੇ ਸਿਰ ਘੁੰਮਦੇ ਸਾਰੇ। ਕਿਸੇ ਪਾਸੇ ਸ਼ਰਾਬਾਂ ਪੀ ਕੇ ਸਭ ਕੁਝ ਹੋ ਰਹੀ ਹੈ। ਔਰ ਕਹਿੰਦਾ ਇੱਕ ਪਾਸੇ ਮੈਂ ਵੇਖਿਆ ਇੱਕ ਬੰਦਾ ਇੱਕ ਥਾਂ ਤੇ ਬੈਠਾ, ਜਿਹਦੇ ਬੇਰੀ ਸਾਹਿਬ ਦਰਬਾਰ ਸਾਹਿਬ ਜੋੜੇ ਦੇ ਨਾਲ, ਉੱਥੇ ਇੱਕ ਜਿਹੜਾ ਈਸਾਈ ਹੈ ਉਹ ਬਾਈਬਲ ਦੀ ਕਥਾ ਕਰ ਰਹੇ ਆ, ਉਹ ਲੋਕਾਂ ਨੂੰ ਬਾਈਬਲ ਦੀ ਗੱਲਾਂ ਕਰ ਰਹੇ ਆ। ਇਹ ਚੀਜ਼ਾਂ ਸਾਹਮਣੇ ਹੈ। ਸਿੰਘ ਸਭਾ ਲਹਿਰ ਚਲੀ ਤੇ ਇੱਥੋਂ ਇਹ ਮੂਰਤੀਆਂ ਚੁੱਕੀਆਂ ਗਈਆਂ, ਗੁਰਮਤਿ ਦੀ ਗੱਲ ਚਲੀ ਹੈ। ਪਰ ਜਿਹੜੇ ਮਸੰਦ ਸਨ ਉਹ ਨਹੀਂ ਸੀ ਚਾਹੁੰਦੇ। ਉਹ ਜਦੋਂ ਵੀ ਕੋਈ ਸਿੰਘ ਸਭੀ ਆਉਂਦਾ ਸੀ, ਅਕਾਲੀ ਜਦੋਂ ਆਉਣਾ, ਉਹ ਨਫ਼ਰਤ ਕਰਦੇ ਸਨ। ਉਹਨੇ ਦਾਸਾਂ ਨਹੀਂ ਸੀ ਕਰਦੇ, ਗਿਆਨੀ ਦਿੱਤ ਸਿੰਘ ਵਰਗੇ ਆਏ, ਰਾਸਾਂ ਮਨਾ ਕਰਦਾ ਉਹਨਾਂ ਨੇ। ਜਦੋਂ ਨਵੇਂ ਸਿੰਘ ਸਜੇ ਨੇ ਮਜ਼ਹਬੀ ਸਿੰਘਾਂ ਵਿੱਚੋਂ, ਤੇ ਉਹਨਾਂ ਦੇ ਦਾਸਾਂ ਨੇ ਕੀਤੀਆਂ ਨੀਵੀਆਂ ਜ਼ਾਤਾਂ ਵਾਲੇ, ਕਿਉਂਕਿ ਉਹ ਸੋਚਦੇ ਸੀ ਕਿ ਜੇਕਰ ਇਹ ਕੱਲ ਕਾਬਜ਼ ਹੋ ਗਏ ਇੱਥੇ ਤੇ ਅਸੀਂ ਆਪਣਾ ਮਨਮਤ ਦਾ ਪ੍ਰਚਾਰ ਕਰਕੇ ਸੰਗਤ ਦਾ ਪੈਸਾ ਨਹੀਂ ਏੜ ਸਕਦੇ। ਔਰ ਸਰਕਾਰ ਉਹਦੀ ਪੂਰੀ ਹੱਲਾਸ਼ੇਰੀ ਕਰਦੀ ਸੀ। ਜਿਸ ਦਿਨ ਤਰਨ ਤਾਰਨ ਗੁਰਦੁਆਰਾ ਸਾਹਿਬ ਆਜ਼ਾਦ ਹੋਇਆ ਤੇ ਗੁਰੂ ਕੇ ਬਾਗ ਦੇ ਇਲਾਕੇ ਦੇ ਸੰਗਤਾਂ ਨੇ ਵੀ ਸਿੱਖਾਂ ਅੱਗੇ ਬੇਨਤੀ ਕੀਤੀ, ਸਾਡੇ ਗੁਰੂ ਘਰ ਵੀ ਜਿਹੜਾ ਇੱਥੇ ਦਾ ਮਸੰਦ ਹੈ, ਜਿਹਦਾ ਨਾਂ ਸੀ ਸੁੰਦਰ ਦਾਸ, ਨਾਂ ਤੇ ਸੁੰਦਰ ਸੀ ਪਰ ਕੰਮ ਉਹਦੇ ਕਰੂਪ ਸਨ। ਵੀ ਵਿਚਾਰੀ ਸੀ, ਉਹਨੇ 2 ਔਰਤਾਂ ਰੱਖੀਆਂ ਆਪਣੇ ਕੋਲ, ਵਿਆਹ ਨਹੀਂ ਸੀ ਕੀਤਾ ਉਹਨੇ, ਉਹਦੇ 2 ਔਰਤਾਂ ਰੱਖੀਆਂ ਹੋਈਆਂ। ਹੋਰ ਵੀ ਗੁਰਮਤਿ ਦੇ ਉਲਟ ਕਰਮ ਕੀਤੇ ਜਾਂਦੇ ਨੇ, ਕੋਈ ਗੁਰਮਤਿ ਦੀ ਗੱਲ ਨਹੀਂ ਗੁਰੂ ਘਰ ਦੇ ਵਿੱਚ। ਇਸ ਕਰਕੇ ਕਰਤਾਰ ਸਿੰਘ ਝੱਬਰ ਜੀ ਔਰ ਉਸ ਇਲਾਕੇ ਦੇ ਬੜੇ ਮੰਨੇ ਪ੍ਰਮੰਨੇ ਭਾਈ ਦਾਨ ਸਿੰਘ ਜੀ, ਇਹਨਾਂ ਨੇ 31 ਜਨਵਰੀ 1921 ਨੂੰ ਗੁਰੂ ਕਾ ਬਾਗ ਵਿੱਚ ਦੀਵਾਰ ਸਜਾਇਆ ਗਿਆ, ਸੰਗਤਾਂ ਆਈਆਂ। ਉਸ ਦਰਬਾਰ ਵਿੱਚ ਇਸ ਮਸੰਦ ਨੂੰ, ਇਸ ਸੁੰਦਰ ਦਾਸ ਨੂੰ ਬੁਲਾਇਆ ਗਿਆ ਤੇ ਇਹਨੇ ਆਪਣੀ ਗਲਤੀ ਮੰਨੀ। ਔਰ ਜੋ ਖਾਲਸਾ ਨੇ ਕੁਝ ਸ਼ਰਤਾਂ ਰੱਖੀਆਂ, ਭਈ ਤੈਨੂੰ ਜਿੱਥੇ ਰਹਿਣਾ ਹੈ ਤੈਨੂੰ ਅੰਮ੍ਰਿਤ ਛਕਣਾ ਪਵੇਗਾ, ਤੈਨੂੰ ਆਨੰਦ ਕਰਨਾ ਪਵੇਗਾ, ਆਨੰਦ ਕਾਰਜ ਕਰਨਾ ਪਵੇਗਾ, ਤੇ ਇੱਕ ਔਰਤ ਜਿਹੜੀ ਹੈ ਤੁਸੀਂ ਆਨੰਦ ਕਾਰਜ ਕਰ ਸਕਦੇ, ਆਪਣੇ ਮਾੜੇ ਕਰਮ ਤਿਆਗੇਗਾ। ਇਹ ਸ਼ਰਤਾਂ ਮੰਨਣੀਆਂ ਨੇ, ਲਿਖਤੀ ਰੂਪ ਵਿੱਚ ਸਾਈਨ ਵੀ ਕੀਤੇ ਨੇ। ਠੀਕ ਹੈ ਜੀ। 8 ਫਰਵਰੀ ਨੂੰ ਜਾ ਕੇ ਉਹਨੇ ਅਕਾਲ ਤਖਤ ਸਾਹਿਬ ਜਾ ਕੇ ਅੰਮ੍ਰਿਤ ਛਕ ਲਿਆ ਤੇ ਇਹਦਾ ਨਾਮ ਪੈ ਗਿਆ ਜੋਗਿੰਦਰ ਸਿੰਘ, ਨਾਂ ਰੱਖਿਆ ਜੋਗਿੰਦਰ ਸਿੰਘ। ਜਿਹੜੀ ਔਰਤਾਂ ਰੱਖੀ ਉਹਨਾਂ ਔਰਤਾਂ ਦੀ ਇੱਕ ਦਾ ਨਾਂ ਸੀ ਈਸ਼ਰੀ, ਉਹਨਾਂ ਨੇ ਅੰਮ੍ਰਿਤ ਛਕਿਆ, ਉਹਦਾ ਨਾਂ ਰੱਖਿਆ ਗਿਆ ਗਿਆਨ ਕੌਰ, ਆਨੰਦ ਕਾਰਜ ਪੜ੍ਹਾਇਆ ਗਿਆ। ਪਰ ਜਦੋਂ ਨਨਕਾਣਾ ਸਾਹਿਬ ਸਾਕਾ ਵਾਪਰਿਆ ਫਰਵਰੀ ਦੇ ਵਿੱਚ, ਤੇ ਇਹਨੂੰ ਪਤਾ ਲੱਗਾ ਵੀ ਕਿਵੇਂ ਅੰਗਰੇਜ਼ ਸਰਕਾਰ ਨੇ ਜੋ ਉੱਥੇ ਲੋਕਾਂ ਤੇ ਕਤਲੋਗਾਰਤ ਹੋਏ, 150 ਸਿੰਘ ਸ਼ਹੀਦ ਕੀਤੇ ਗਏ ਤੇ ਉਹਨਾਂ ਨੂੰ ਕਾਤਲਾਂ ਨੂੰ ਮਾਮੂਲੀ ਸਜ਼ਾਵਾਂ ਦੇ ਕੇ ਰਿਹਾ ਕਰਤਾ ਗਿਆ। ਤੇ ਇਹਨੂੰ ਹੱਲਾਸ਼ੇਰੀ ਮਿਲਦੀ, ਇਹਨੇ ਫਿਰ ਉਹੀ ਮਾੜੇ ਕੁਕਰਮ ਕਰਨੇ ਸ਼ੁਰੂ ਕਰ ਦਿੱਤੇ। ਫਿਰ ਸਿੱਖਾਂ ਨੂੰ ਗੱਲ ਪੁੱਜੀ ਹੈ, ਆਖਿਰ ਸਿੱਖਾਂ ਨੇ ਉੱਥੇ ਕਮੇਟੀ ਬਣਾਈ, ਸਾਰਾ ਪ੍ਰਬੰਧ ਆਪਣੇ ਅਧੀਨ ਰੱਖ ਲਿਆ। ਇਸ ਨੂੰ 120 ਰੁਪਏ ਮਹੀਨਾ ਦੇਣਾ ਤੇ ਅੰਮ੍ਰਿਤਸਰ ਵੀ ਇੱਕ ਮਕਾਨ ਦੇਣਾ ਨਿਯਤ ਕੀਤਾ। ਔਰ 1 ਸਾਲ ਤੱਕ ਇੱਥੇ ਹੁਣ ਗੁਰੂ ਮਰਿਆਦਾ ਸ਼ੁਰੂ ਹੋ ਗਈ, ਸੰਗਤਾਂ ਸੇ ਲੰਗਰ ਤਿਆਰ ਕੀਤੇ ਜਾਂਦੇ ਨੇ। ਤੇ ਗੁਰੂ ਕਾ ਬਾਗ ਦੇ ਨਾਲ ਜੋ ਗੁਰੂ ਘਰ ਜ਼ਮੀਨ ਲੱਗੀ ਸੀ, ਉਸ ਜ਼ਮੀਨ ਵਿੱਚ ਕਿੱਕਰ ਲੱਗੇ ਹੋਏ ਨੇ, ਸੁੱਕੇ ਕਿੱਕਰ ਸੰਗਤਾਂ ਜਾ ਕੇ ਸਿੰਘਾਂ ਨੇ ਕੱਟ ਕੇ ਲਿਆਉਣੇ, ਬਾਲਣ ਬਣਾ ਕੇ ਅੱਗ ਬਾਲ ਕੇ ਲੰਗਰ ਤਿਆਰ ਕਰਨਾ। ਪਰ 8 ਅਗਸਤ ਨੂੰ ਐਸਾ ਹੋਇਆ ਕਿ ਜਦੋਂ 5 ਸਿੰਘ ਲੱਕੜ ਕੱਟਣ ਗਏ ਤੇ ਪੁਲਿਸ ਨੇ ਇਹਨੂੰ ਗ੍ਰਿਫਤਾਰ ਕਰ ਲਿਆ। ਅਗਲੇ ਦਿਨ 5 ਫੇਰ ਜਦੋਂ ਗਏ ਤੇ ਇਹਨਾਂ ਨੂੰ ਫੇਰ ਗ੍ਰਿਫਤਾਰ ਕੀਤਾ ਗਿਆ ਤੇ ਜੱਜ ਦੇ ਸਾਹਮਣੇ ਪੇਸ਼ ਕੀਤਾ। ਜੱਜ ਨੇ 50-50 ਰੁਪਏ ਇਹਨਾਂ ਨੂੰ ਜੁਰਮਾਨਾ ਤੇ 6 ਮਹੀਨੇ ਦੀ ਕੈਦ ਸੁਣਾ ਦਿੱਤੀ।
इतों मोर्चा आरंभ होया भी गुरु का जो जमीन है, गुरु के लंगर वास्ते इतों लकड़ा कट्टियां जांदियां ने ते किसी नूं इतराज़ क्यों। उन्हें रोज़ काम शुरू हो गया, रोज़ 5 सिंघां ने जाके लकड़ कट्टन जाना, उन्हें गिरफ्तार किया जाता, रोज़ इदा हो जाता है। पर एक समा ऐसा भी आया भी हुण एक ऑफिसर का नाम है जिस दिन बिटी लिखा गया था, मिस्टर बिटी इंस्पैक्टर सी वो। तो जो सिख संगतां ने आके इत्थे हुण सिखां ने लकड़ां कट्टणियां, हुण गिरफ्तार नहीं बल्कि डांगा मारियां जांदियां, उन्होंने गिरफ्तार नहीं किया जाता, उन्होंने कुटिया जाता, लहू लुहान किया जाता है। हुण ये गल्लां जड़ियां ने सिख संगतां पुजियां ने, अकाल तख्त साहिब विखे एक मीटिंग बुलाई गई और उत्थे कहा गया भी रोज़ 100 सिंघां दा जत्था जिहड़ा है वो गुरु का बाग में गिरफ्तारियां देन जाएगा, लकड़ कट्टन जाएगा किकरां नूं वड्ढण वास्ते, ते गिरफ्तारियां दे के ते शहीदियां भी प्राप्त कर सकदा। तो हुण अज तक सारे पिंडां दी ड्यूटी, जिवें गुरदासपुर तो इस तरीक जत्था निकलेगा, अगली तरीक नूं जत्था निकलेगा, इधर रोज़ 100 सिंह जदों निकलते सी उत्थों, तो एक उन्होंने प्रण लेना पैंदा सी, दरबार से पहले अंदर जाके अरदास करने भी शांतमय तरीके दे नाल, शांत रह के सबर दे नाल इस जबर का मुकाबला करना, इस जुल्म का मुकाबला करना, अगों हाथ नहीं चुकना। और 100 सिंघां ने फिर दरबार से दर्शन करने, उस तो बाद अकाल तख्त ते पेश होना। इन्हां नूं संगतां बड़े प्यार सत्कार नाल सत्कार करदियां ने, इन्हां दे गले में चिट्टे फुल्लां दे हार पाए जाते। जदों ये नगर विचों जत्था तुर के चलदा सी ना, ते बाज़ारां में संगतां झुक के सलामा करदियां, नमस्कारां करदियां सी। इन्हां 100 सिंघां ने जाके गुरु के बाग पुजना, उत्थे डांगां चलणियां, बहुत सारे सिंघां नूं घायल किया जाता, गिरफ्तार किया जाता, जेल बंद किया जाता। इस तरह रोज़ 100 सिंह जाते, तकरीबन 3 महीने नवंबर तक काम चलता रहा। रोज़ 100 सिंघां ने जाना, उन्होंने डांगा बनाई जानियां, और डांगा के अगे लोहे का बक्कल जिहा लगा होंदा, सूमां लगियां होंदियां, लोहे दी डांगा वरदियां, ते 100 सिंघां नूं उत्थे घायल किया जाता। श्रोमणी कमेटी वालों, धर्म प्रचार कमेटी वालों उहदे डॉक्टर भेजे, टीम भेजी जाती, और उत्थे ही गुरु के बाग विखे गुरुद्वारा साहिब के बाहर एक हॉस्पिटल एज ए कुछ समय वास्ते जिवें होंदा भाई रिवाजी तौर पर बनाया जाता है, क्योंकि लोड़ से उस वेले उत्थे डॉक्टरों ने इलाज करना, इतों गिरफ्तारियां करन जेलें भरिया जाता है। आहिस्ता आहिस्ता काम जो वधदा गया, तो जिहड़ी अंग्रेज़ सरकार सोचदी शायद ये काम जिहड़ा है ये 10-15-20 दिन में खत्म हो जाना, जिवें साडे देश की सरकार सोचदी सी ना, जो किसानों ने मोर्चा लाया दिल्ली में, तो उन्होंने भी मन में सी असीं तशद्दुद करांगे, जुल्म करांगे, तो 15-20 दिनों मोर्चा खत्म हो जाना। पर देन सी गुरु के बाग के मोर्चे, इत्थे भी सिंघां ने शांत में बैठे रहना। 700 तो वध जिहड़े किसान शहीद होए, और 1 साल तो वध मोर्चा लगा, आखिर सरकार में चुकना पे। उत्थे भी यही गल है, हुण मोर्चा तो लग ही आता है, और राह दी बड़ियां अलग अलग संगतां वालों, अलग अलग विद्वानां वालों, जो विद्वानां ने लिखतां लिखियां ने कि राह दे विच जे भी कोई जे कोई जल छकाउंदा है कोई, क्योंकि पता लगता भी साडे पिंड जिथे लंघना है, तो उत्थे संगतां ने छबील ला देनी, लंगर ला देने, जो लंगर लाउंदे सन उन्होंने भी पुलिस ने डांगा वराउणी शुरू कर दी। एक जत्था अमृतसर चलिया, तो गुरु के बाग तो बाहर ही पुज्या से, तो वो रात हनेरा हो गया, तो उन्होंने कहा भी सवेरे निकलांगे। उत्थे रात में विश्राम कर रहे सी, तो उत्थे सुत्तियां हुई संगतां के उपर भी उस अंग्रेज़ सरकार ने, पुलिस ने आके डांगा वराउणी शुरू कर दियां। 30 सिंघां नूं बड़ा बुरी तरह घायल कर फट्टर कर दिता गया। 2 औरतां ने जिन्होंने पति गुरु के बाग मोर्चे में गए सी, वो दोवें औरतां अपने घर वालों का पता करन गईयां, उन्होंने दोनों गिरफ्तारी का विपत्ति की उन्होंने। और तकरीबन ये जो मोर्चा 3 महीने चलिया, क्योंकि सिख जड़ा है वो अपने ते तशद्दद सहन कर सकता, पर गुरु कर देना वधीकी नहीं। वो कहते असी ये वधीकी नहीं सहनी। और उत्थे तकरीबन 9 शहादतां हुई ने। सब तो पहली जो शहादत हुई भाई भाग सिंह दी, जो उस इलाके के रहने वाले से। उस तो बाद उन्होंने बेटे
भाई करम सिंह के जो खेतों में काम करते सी उन्होंने शहादत हुई, ये 9 शहादत हुई। और गिरफ्तारियां पहला तो अमृतसर के जेलों भरिया जांदियां रही, पर जो जेलों भर गई उस तो बाद इन्होंने ट्रेन पर चढ़ा के अटक भेजा जाता रहा। और उस समय दे एक जो पादरी सी वो सारा सर्वे कर वेखण आया। उन्हें पहला दरबार साहब गया तो वेखे भी जिथे जाते किवें ने, इतों जाके वो गुरु के बाग पुजे आ तो उन्हें वेखे उत्ते सिख जड़े ने वो सतनाम वाहिगुरू जाप कर रहे हैं। 100 सिंह शांत में बैठे ने सतनाम जाप करते हैं। तो वो मन च आया शायद हुण इन्हें तशद्दुद करना बंद करता गया, इन्होंने मारिया नहीं जाएगा हुण। पर किसी ने कहा नहीं, गुरुद्वारा साहब पिछले पासे सिखां दे तशद्दुद किया जा रहा है, जुल्म किया जा रहा है। जो जाके वेखदा है कि 4 सिख जिहड़े नूं लाइन ते खड़ा किया होया तो वो मूँह तो सतनाम वाहिगुरू जाप करते, और उसके सामने एक दर्जन जो पुलिस वाले ने डांगा फड़ के खड़े। जो एक सिख ने अगे 2 कदम अगे वध के अगे आया, उत्ते डांगा वड़ाइया गई, वो उत्थे लहू लुहान होके बेहोश हो गया। फिर दूजा सिख अगे आया, मुकाबला करने लई नहीं बल्कि शहादत प्राप्त करने, उस जुल्म का मुकाबला सबर नाल करने वास्ते जो अगे वधिया उस भी डांगा वराइया गई। इस तरह तीजा फिर चौथा, वो ये गल्लां सारियां वेख के उन्हें गल लिखी, कहन लगा इत्थे एक तो साडा ईसा एक शहीद होया सी, इत्थे रोज़ 100 ईसा मसीह शहीद होए, मैं इत्थे 100 ईसा रोज़ वेखदा। आखिर उन्हें गवर्नर को गल कही कि जो किया जा रहा है गलत किया जा रहा है। और उस समय जो अखबारों में भी सिखां दी जो बड़े सबर के नाल जुल्म सहया जा रहा है, ये गल्लां चलदियां भी सिखां सबर बड़ा है। और उस समय के जो लीडर से मदन मोहन मालवीय उन्हें गल लिखी सी कि अकालियां ने ये आज़ादी की जंग का आगाज़ कर दिता है, हुण आपां जंग जित जानी, जो आज़ादी की क्षमा चल रही है इस सबर नाल आपां जित सकते हैं। और उस समय इतनी जो अखबारों वाले ने भी जो अखबारों में खबर दित्तियां भी सानूं ते जाया नहीं जान दिता जा रहा, अगर वेखने रिपोर्ट नहीं बनाई जान दी जा रही। और ये जड़ियाँ गल्लां सी जो बाहर निकलियां, और सब तो बड़ी गल एक होर हो गई कि 100 जोड़े आर्मी के पेंशन होए पुलिस ऑफिसर सी जिन्होंने अंग्रेज सरकार नाल लड़ के जो विश्व युद्ध लड़े ने, जो वो पेंशनर जोड़े ने बजुर्ग जोड़े जो उत्थे पुजे हैं गुरु का बाग पहुंचे, उन्होंने डांगा वराइया गई। जिहड़ी पुलिस साडे नाल ही काम करती रही, जिन्होंने साडे इस देश के करके साडे नाल विश्व युद्ध लड़े ने, अज उन्होंने जो आर्मी के भी है पुलिस वालों के भी जो डांगा वराइया गई, हुण ये खबर बड़ी अग नाल फैलने शुरू हो गई। तो अंग्रेज़ों को एक डर पै गया कि जो साडी आर्मी के विच साडी पुलिस विच ये सिख नौजवान ने, इस देश के नौजवान कितने बागी ना हो जाए। और ये खबर भी जो इंग्लैंड तक पुजना शुरू हो गई भी किस दे नाल की होएगा, जो किसानी काम वो बंद हो जाएगा, प्रोडक्शन घट जाएगी। जोड़े साडी पुलिस विच अंग्रेज सिख ने ये इनकलाब के खिलाफ जंग थोड़े खिलाफ जंग लड़ सकते हैं, ये बागी हो सकते हैं। तो हुण ये इस कसूते च फस के इस निकलना किवें, क्योंकि मन में ये सी भी असीं 2-4 दिन डांगा वरावांगे गल खत्म हो जानी है, पर हुण गिरफ्तार किया जा रहा, भजाया भी जा रहे हैं, कई बजुर्ग आगे भी छड़िया जा रहे क्योंकि जेलों भरिया हुई किते छड़िया जाए। और आखिर एक रिटायर्ड इंजीनियर सर गंगा राम ने विच पै के मसला हल किया। अंग्रेज़ों ने पहला वो नाम से जमीन कर दी सारी, फिर उन्हें एक लिखती बयान दिता जो जमीन से उन्होंने लीज दी ठेका दिता गया। उन्हें कहा भी इस जमीन तो अगर सिख लकड़ा कटते हैं गुरु घर लंगर वास्ते मैंने कोई इतराज़ नहीं है। ये कह के उत्थे हुण अपने सिरों गल लाई इन्होंने भी हुण भाई ने कोई इतराज़ नहीं है तो असीं हुण गिरफ्तारियां नहीं करांगे। पर फिर भी जो श्रोमणी कमेटी के आगू ने गल की भी इदा गल खत्म नहीं होनी, जिन्हें भी तुसीं कैद किए हैं तकरीबन 5605 जोड़े सिख ने उन्होंने गिरफ्तार किया गया, तो 1500 तो वध जोड़े ने उन्होंने फट्टड़ किया गया, घायल किया गया, और 9 शहीदियाँ हुई ने। और 23 मार्च तकरीबन 23 मार्च 1923 इन्होंने जो रिहा किया गया
पर रिहा करने तो पहला उन्होंने बड़ा तशद्दुद किया गया। जिहड़े जेलों में कैद से बड़ी अत दर्जे की उन्होंने बेरहमी नाल उन्होंने कुटिया गया, तो जो वो ट्रेनों राही चला के उन्होंने अमृतसर उतारिया गया तो वो अपने पैरों तुर नहीं सी सकते। तो आखिर उन्होंने संगतां ने जड़े प्यार करदियां भावना वाले उन्होंने चुक के लिया गया और इस तरह फिर रास्ता मोर्चा खत्म हो गया। और ये 100 साल हो गए इस मोर्चे को। क्यों? कारण की है कि सिख जो है गुरु करना प्यार करता है। भाई कान सिंह जो गुरु की गुरुद्वारे की गल लिखते हैं ना, वो कहते गुरुद्वारा सिर्फ एक बिल्डिंग नहीं, तो मता समझे से गुरु घर गुरुद्वारा बिल्डिंग बना ली। कहने लगे नहीं, गुरुद्वारा जोड़ा एक सिक्ख्यार्थी वास्ते सिक्ख्या के केंद्र है। गुरुद्वारा जोड़ा एक पनाह घर है जिथे किसी राहगीर को लोड़ पनाह मिलती है। गुरुद्वारा एक रोगी वास्ते दवाखाना है और गुरुद्वारा एक जो आत्मक शांति की चाह रखने वाला है उस वास्ते शांति केंद्र है। तो इस लहर के नाल ये जो मोर्चा जो गुरु का बाग मोर्चा लगा, ये बाद सिखों के हौसले होर बुलंद हुए और अंग्रेज जानते सन कि जेकर सिख इकट्ठे हो गए तो अज जेकर गुरुद्वारियां ते कब्जा होगा, देश से कब्जा होगा, साडा असू अपना बोरी विच चुकना पेगा सानूं। और ऐसा होया। तो इस तो बाद जो ननकाना सदा साका 50 सदा साका वापरे सिंह सभा लहर चली। तो ये जो मोर्चा लगा ये गुरु घर जो है पहला बेनती की 2 गुरु साहिबान संबंधित है। एक है गुरु तेग बहादुर साहब के नाल ते दूजा है गुरु अर्जन साहब के नाल। और इस नाल तकरीबन जो जमीन सी तकरीबन 500 तो वध कनाल जमीन जो गुरु का नाम लगी हुई सी, जिथे गुरु तेग बहादुर साहब ने बाग लगवाया, अम्मा का बाग सी और बाकी जो जमीन उत्थे किकर लगे हुए सी। और इस जो मोर्चा फिर खत्म होया, फिर सिख संगतां ने जाके दर्शन किए ने, दरबार सजाए गए और उन्होंने अंग्रेज़ों को हार हुई। जो सुंदर दास सी जो बाद जोगिंदर सिंह बनया, उन्होंने उतों बेदखल किया गया। तो अज असी उस गुरु के बाग गुरुद्वारा गुरु घर का 100 साला शताब्दी बना रहे हैं। भाई कान सिंह ने बड़ी प्यारी महान कोई ने गल लिखी सी कि जो सिख हर एक सिख जड़ा है वो गुरु का चौकीदार है। हर एक सिख को ये चाहिए मैं वेखा पे गुरु घर के अंदर कोई गुरुमत की उल्ट कम ना हो। तो बड़ा प्यारी गल लिखता है, कहने लगा कमल जूं माया जल विच है अलेप सदा, जिवें कमल का फुल रहिंदा चिक्कड़ विच है पर चिक्कड़ तो उपर होकर रहिंदा। कहता सिख वेदा ही रहिंदा संसार दे विच है, कमल दे फुल वर्ग है पर जिंदगी खुशबू फैलांदा लोकां विच। कमल जियों माया जल विच है अलेप सदा, सब दा स्नेही चाल सब तो निराले, सब को प्यार करदा। सिख की दुश्मनी किसी के नाल नहीं, सिख किसी दुश्मन नहीं समझदा, सबों प्यार करता पर चाल जी अपनी वखरी है, इस न्यारेपन वाली। सब का स्नेही चाल सब तो निराली है। कह लगे स्वार्थ बिना गुरुद्वारे का चौकीदार है। कोई मन भी स्वार्थ ना हो कि मैं इतने सेवा कर मैनू मान मिले, मैनू इतने सरोपे मिलन। स्वार्थ बिना गुरुद्वारे का चौकीदार धर्म ते जंग ले चढ़े मुख लाली। अगे बड़ा प्यारा लिखते हैं, कहते गुरु ग्रंथ बिना पूजे न कोई देवी देव, गुरु गोबिंद सिंह का सो कही अकाली। गुरु ग्रंथ साहब बिना किसी देवी देव की पूजा नहीं करता। ठीक है, सत्कार सब का करता है, पर जो भरोसा जो सिदक है वो गुरु ग्रंथ साहब से, गुरु ग्रंथ तो बिना कितने होर तो नहीं। असल में वही गुरु गोबिंद सिंह मतलब अकाली सिंह है। तो अकाली वो जो अकाल में पूजन वाला है, जरा एक दी उपासना करता। सतगुर कृपा करन अस भी एक ना जुड़िए, एक दी उपासना करिए। गुरु घर लई गुरुद्वारे में हमेशा तत्पर रहिए भी हर एक सिख ने ध्यान रखना भी मेरे गुरु घर के अंदर कितने गुरमत के उल्टू कर्म ना हो। क्योंकि कई थां ते हुंदे भी गुरुद्वारे का गुरु सर प्रकाश देखो पिछले दिनों में एक वीडियो भी चलिया सी भी गुरुद्वारे के अंदर मर्द प्रकाश किया। क्योंकि कई थां ते जो कमेटियां ने धर्म कमेटियां ने वो बड़िया सुचेत ने गुरमत पहलन दी, पर कई थां ते कुछ स्वार्थी जो लालची बिरतवे गुरु का जो पैलेस है, थां है, जो लंगर घर है, कितने ब्याह ते देता जाए शादी वास्ते, और नहीं होया। अंदर मर्द का प्रकाश होया, अखंड पाठ जो बाहर डीजे चल रहे हैं, बाहर भंगड़े चल रहे हैं, गुरुद्वारे बिल्कुल बाहर ना जो गुरुद्वारे से लंगर हाल है। क्योंकि कुछ जो
ਸੁੰਦਰ ਦਾਸ ਦੀ ਬਿਰਤੀਆਂ ਵਾਲੇ ਬੰਦੇ ਨੇ ਜਿਹੜੇ ਗੁਰਦੁਆਰੇ ਨੂੰ ਆਪਣੀ ਨਿੱਜੀ ਜਗ੍ਹਾ ਸਮਝਦੇ ਤੇ ਉਹ ਕੀ ਕਹਿੰਦੇ ਗੁਰਦੁਆਰੇ ਜੋ ਮਰਜ਼ੀ ਮਨ ਮਰਜ਼ੀਆਂ ਕਰੀ ਜਾਈ, ਐਦਾਂ ਨਹੀਂ ਹੁੰਦਾ। ਹਰ ਸਿੱਖ ਨੂੰ ਚਾਹੀਦਾ ਮੇਰੇ ਗੁਰੂ ਘਰ ਦੇ ਸਿੱਖ ਰਹਿਤ ਮੇਰਾ ਉਲਟ ਕੋਈ ਕਰਮ ਨਾ ਹੋਵੇ, ਜਿੱਥੇ ਮੇਰੇ ਗੁਰੂ ਦੀ ਬੇਅਦਬੀ ਨਾ ਹੋਵੇ। ਕਿਉਂਕਿ ਜਦੋਂ ਬੇਅਦਬੀ ਕਿਤੇ ਹੁੰਦੀ ਹੈ ਫਿਰ ਅਸੀਂ ਵਾਦਾ ਚੁੱਕਦੇ ਹਾਂ, ਫਿਰ ਆ ਹੋ ਗਿਆ ਸੋਸ਼ਲ ਮੀਡੀਆ ਗੱਲਾਂ ਚੱਲਦੀਆਂ ਨੇ, ਪਰ ਕਿਉਂ ਨਾ ਪਹਿਲਾਂ ਸੁਚੇਤ ਰਹੀਏ। ਸੋ ਗੁਰੂ ਕਿਰਪਾ ਕਰਨ ਸਾਨੂੰ ਸੁਚੇਤਤਾ ਬਖਸ਼ਣ। ਹਰ ਇੱਕ ਸਿੱਖ ਜਿਹੜਾ ਉਹ ਗੁਰੂ ਦੇ ਅਕਾਲ ਪੁਰਖ ਦੀ ਫੌਜ ਹੈ, ਹਰ ਸਿੱਖ ਜਿਹੜਾ ਉਹ ਦਾ ਚੌਕੀਦਾਰ ਹੈ ਕਿ ਮੇਰੇ ਗੁਰੂ ਘਰ ਦੇ ਗੁਰਮਤਿ ਦੇ ਅੰਦਰ ਤੋਂ ਵਿਰੁੱਧ ਗੱਲ ਨਾ ਹੋਵੇ, ਤਾਂ ਹੀ ਇਹ ਸਾਡੇ ਪੁਰਬ ਬਣਾਉਣੇ ਸਫਲ ਨੇ। ਗੁਰੂ ਕਿਰਪਾ ਕਰਕੇ ਤੇ ਉਹਨਾਂ ਮਰਜੀਵਣਿਆਂ ਵਰਗਾ ਸਾਡਾ ਜੀਵਨ ਬਣ ਜਾਏ, ਜਿਹੜੇ ਧਰਮ ਦੀ ਖਾਤਰ, ਗੁਰੂ ਦੀ ਖਾਤਰ, ਗੁਰੂ ਘਰ ਦੀ ਮਰਿਆਦਾ ਨੂੰ ਬਾਹਰ ਰੱਖਣ ਦੀ ਖਾਤਰ ਸ਼ਹਾਦਤਾਂ ਦਿੱਤੀਆਂ, ਅਨੇਕਾਂ ਤਸੀਹੇ ਆਪਣੇ ਸਰੀਰ ਤੇ ਸਹੇ ਨੇ। ਕਿਤੇ ਸਾਡਾ ਜੀਵਨ ਐਸਾ ਬਣ ਜਾਏ ਤਾਂ ਕਿ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪਾਪੇ ਮੇਲੇ ਹੋ ਜਾਣ। ਇਤਨੇ ਵਿਚਾਰ ਪ੍ਰਵਾਨ ਕਰਨੇ। ਇਤਿਹਾਸਕ ਇਹ ਸਾਖਾ ਸੁਣਾਉਂਦੇ ਆ, ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਇਆ ਕਰਦੀਆਂ ਹਨ। ਸੰਗਤ ਕੋ ਦੋਨੋਂ ਬਖਸ਼ਯੋਗ ਹੈ। ਫਤਿਹ ਪ੍ਰਵਾਨੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।